ਉਹ ਬੰਦੇ ਨੇ ਪਾਰਟੀ ਬਦਲ ਕੇ ਦੂਜੀ ਪਾਰਟੀ 'ਚ ਗਿਆ, ਉਹ ਦੂਜੀ ਪਾਰਟੀ ਨੂੰ ਗਾਲਾਂ ਕੱਢੀ ਜਾਂਦਾ। ਸਿਰਫ ਇਹੀ ਗੱਲਾਂ ਉਹਨਾਂ ਕੋਲੇ ਹੁੰਦੀਆਂ ਵੀ ਕਾਂਗਰਸ ਕੋਲੇ ਉਮੀਦਵਾਰ ਵਧੀਆ ਨਹੀਂ, ਕਾਂਗਰਸ ਵਾਲੇ ਕਹਿੰਦੇ ਨੈਲੋ ਕੋਲੇ ਵਧੀਆ ਨਹੀਂ, ਨੈਲੋ ਵਾਲੇ ਕਹਿੰਦੇ ਬੀਜੇਪੀ ਕੋਲੇ ਵਧੀਆ ਨਹੀਂ। ਪਰ ਉੱਥੇ ਲੋਕਾਂ ਦੀ ਗੱਲ ਨਹੀਂ ਹੁੰਦੀ ਵੀ ਲੋਕਾਂ ਨੂੰ ਕੀ ਚਾਹੀਦਾ, ਆਪਣੇ ਸ਼ਹਿਰ ਵਾਸੀਆਂ ਨੂੰ ਕੀ ਚਾਹੀਦਾ। ਇਹ ਕੰਮ ਕੀਤਾ ਜਾਵੇ ਭਾਈ। ਜਿਹੜਾ ਕੋਈ ਵਿਧਾਇਕ ਖੜਾ ਹੋਇਆ, ਐਮਐਲਏ ਖੜਾ ਹੋਇਆ, ਭਾਈ ਐਲਾਹਾਬਾਦ ਦੇ ਵਿੱਚ ਤੇਰਾ ਕਿੰਨਾ ਖਰਚਾ ਆਉਣਾ? 10 ਲੱਖ ਹੋਣਾ। ਉਹ 10 ਲੱਖ ਰੁਪਏ ਤੋਂ ਸਾਡੇ ਸ਼ਹਿਰ ਤੇ ਲਾ। ਸਾਨੂੰ ਪ੍ਰਚਾਰ ਦੀ ਲੋੜ ਨਹੀਂ, ਸਾਨੂੰ ਰੈਲੀਆਂ ਦੀ ਲੋੜ ਨਹੀਂ। ਇੱਥੇ ਹੋ ਰਹੇ ਆ, ਕੋਈ ਰੱਥ ਕਰ ਰਿਹਾ ਵਾ, ਕੋਈ ਵੱਡੇ ਵੱਡੇ JCB, ਕੋਈ ਕੁਛ। ਕੀ ਉਹ ਲੋਕ ਇਹ ਨਹੀਂ ਸੋਚਦੇ ਵੀ ਉਹ ਖਰਚਾ ਸਾਡੇ ਤੇ ਪੈਣਾ? ਅਗਰ ਉਹ ਉੱਥੇ ਪੈਦਲ ਜਾਵੇ, ਲੋਕਾਂ ਦੇ ਘਰ ਦੇ ਵਿੱਚ ਜਾਵੇ, तो लोगों दी परेशानियों का पता लगे भी आ दिक्कत है ना। ये सिर्फ आपको दिखावा है, छलाव है आपके साथ। लोग आपको छलने की कोशिश करते हैं, जो आप 2-3 महीनों के अंदर ही चले जाते हैं, लेकिन बाद में वो आपको कैसे रखते हैं कैसे नहीं रखते आपके सामने दिखाई देते हैं। सिर्फ एक राजनेता नूं पैरीं हत्थ तक लोग ला दिंदे आ। बजुर्ग बंदे देखे है जे भी ਜਿਹੜੇ ਆਪਦੀ ਬਿਲਕੁਲ ਮਿੱਟੀ ਕਰ ਲੈਂਦੇ ਆ ਪੈਰੀਆਂ ਥਲਾ ਕੇ ਲੀਡਰ ਦੇ। ਕੀ ਉਹ ਪਰਮਾਤਮਾ ਤਾਂ ਨਹੀਂ? ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਆਜ਼ਾਦ ਆਵਾਜ਼। ਮੈਂ ਪ੍ਰਦੀਪ ਘੰਨਾ ਵਾਰਡ ਨੰਬਰ 3 ਦੇ ਵਿੱਚ ਬੈਠੇ ਸੀ ਤਲਵਾੜਾ ਰੋਡ ਦੇ ਉੱਤੇ। ਇਲੈਕਸ਼ਨ ਦਾ ਟਾਈਮ ਆ, MP ਦੀਆਂ ਵਿਧਾਨ ਸਭਾ ਦੀਆਂ ਜਿਹੜੀਆਂ ਵੋਟਾਂ, ਉਹਦਾ ਜ਼ੋਰ ਆ ਜਿਹੜਾ ਦਿਨੋਂ ਦਿਨ ਵੱਧਦਾ ਤੁਰਿਆ ਜਾ ਰਿਹਾ, ਕਿਉਂਕਿ ਦਿਨ ਥੋੜੇ ਰਹਿ ਗਏ। ਨੇਤਾ ਆਪੋ ਆਪਣੇ ਢੰਗ ਦੇ ਨਾਲ ਰੋਡ ਪ੍ਰਦਰਸ਼ਨ, ਰੋਡ ਸ਼ੋਅ, ਕਈ ਤਰ੍ਹਾਂ ਦੀਆਂ ਨਵੀਆਂ ਚੀਜ਼ਾਂ ਲੈ ਕੇ ਲੋਕਾਂ ਨੂੰ ਉਲਝਾਉਣ ਦਾ ਕੋਸ਼ਿਸ਼ ਕਰ ਰਹੇ ਆ, ਲੋਕਾਂ ਨੂੰ ਗੋਲੀ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਕਿਵੇਂ ਨਾ ਕਿਵੇਂ ਲੋਕ ਸਾਡੇ ਪੱਖ 'ਚ ਵੋਟਾਂ ਪਾਉਣ। ਪਰ ਅਗਰ ਚੰਗੇ ਕੰਮ ਕਿਸੇ ਨੇਤਾ ਨੇ ਕਰੇ ਹੋਣ ਤਾਂ ਸ਼ਾਇਦ ਉਹਨੂੰ ਇੰਨਾ ਇਹ ਖਰਚਾ ਜਿਹੜਾ ਗੱਡੀਆਂ ਦਾ ਹੋ ਗਿਆ, ਰੋਡ ਸ਼ੋਅ ਦਾ ਹੋ ਗਿਆ, ਹੋਰ ਰੈਲੀਆਂ ਦਾ ਹੋ ਗਿਆ, ਨਾ ਕਰਨਾ ਪਵੇ, ਕਿਉਂਕਿ ਚੰਗੇ ਕੰਮ ਪਹਿਲਾਂ ਕਰੇ ਨਹੀਂ। 4.5 ਸਾਲ ਘਰਾਂ ਦੇ ਵਿੱਚ ਬੈਠੇ ਰਹਿੰਦੇ ਆ। ਜਦੋਂ 5-6 ਮਹੀਨੇ ਵੋਟਾਂ ਦੇ ਰਹਿ ਜਾਂਦੇ ਆ, ਉਦੋਂ ਲੋਕਾਂ ਦੇ ਵਿੱਚ ਆਉਣਾ ਜਿਹੜਾ ਸ਼ੁਰੂ ਹੋ ਜਾਂਦਾ, ਪਰਿਵਾਰ ਮਿਲਣ ਸ਼ੁਰੂ ਹੋ ਜਾਂਦੇ ਆ, ਮੀਟਿੰਗਾਂ ਸ਼ੁਰੂ ਹੋ ਜਾਂਦੀਆਂ, ਵੱਖ-ਵੱਖ ਏਰੀਆ ਦੇ ਵਿੱਚ ਜਿਹੜੀਆਂ ਜਨ ਸਭਾਵਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ, ਕਿਉਂਕਿ ਲੋਕਾਂ ਨੂੰ ਗੋਲੀ ਪਾਉਣੀ ਹੁੰਦੀ ਹੈ। 5 ਸਾਲ ਜਿਹੜਾ ਲੋਕਾਂ ਦੇ ਵਿੱਚ ਨਹੀਂ ਆਉਂਦੇ, ਉਹ 2-4 ਦਿਨ ਦੀਆਂ ਜਿਹੜੀਆਂ ਰੈਲੀਆਂ ਵਾ, ਵੱਖ-ਵੱਖ ਤਰ੍ਹਾਂ ਦੇ ਪ੍ਰਦਰਸ਼ਨ ਕਰਕੇ, ਰੋਡ ਸ਼ੋਅ ਕਰਕੇ ਉਹ ਲੋਕਾਂ ਨੂੰ ਭੁਲਾ ਦਿੰਦੇ ਆ ਵੀ ਅਸੀਂ 4.5 ਸਾਲ ਇਹਨਾਂ ਦੇ ਵਿੱਚ ਨਹੀਂ ਆਏਗੇ। ਸਾਡੇ ਨਾਲ ਵਾਰਡ ਨੰਬਰ 3 ਦੇ ਪ੍ਰੇਮੀ ਜੀ ਆ, ਸੁਭਾਸ਼ ਪ੍ਰੇਮੀ ਜੀ MC ਆ ਵਾਰਡ ਨੰਬਰ 3 ਦੇ, ਸਮਾਜ ਸੇਵੀ ਵੀ ਆ, ਪੱਤਰਕਾਰ ਵੀ ਆ, ਐਡਵੋਕੇਟ ਲੈਣ ਦੇ ਨਾਲ ਵੀ ਸੰਬੰਧ ਰੱਖਦੇ ਆ। ਇਹਨਾਂ ਨੂੰ ਹਰ ਇੱਕ ਚੀਜ਼ ਦਾ ਪਤਾ ਵਾ ਵੀ ਸ਼ਹਿਰ ਦੇ ਵਿੱਚ ਜਿਹੜੀ ਆਮ ਜਨਤਾ, ਗਰੀਬ ਜਨਤਾ, ਜਿਹੜੀ ਰੋਜ਼ ਦੀ ਰੋਜੀ ਰੋਟੀ ਕਮਾਉਣ ਵਾਲੀ ਜਨਤਾ, ਉਹ ਕਿਹੜੀਆਂ ਗੱਲਾਂ ਤੋਂ ਪਰੇਸ਼ਾਨ ਆ, ਉਹਨਾਂ ਨੂੰ ਕਿਸ ਤਰ੍ਹਾਂ ਦੀ ਇੱਥੇ ਸਹੂਲਤ ਚਾਹੀਦੀ ਆ, ਉਸ ਵਿਸ਼ੇ ਨੂੰ ਲੈ ਕੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਕਿਉਂਕਿ ਰਾਜਨੇਤਾ ਤਾਂ ਆਉਂਦੇ ਆ, ਰੈਲੀਆਂ ਕਰਦੇ ਆ, ਇੱਕ ਦੂਜੀ ਪਾਰਟੀ ਨੂੰ ਗਾਲਾਂ ਕੱਢ ਕੇ ਭੰਡ ਕੇ ਚਲੇ ਜਾਂਦੇ ਆ। ਉਸ ਤੋਂ ਬਾਅਦ ਉਹਨਾਂ ਲੋਕਾਂ ਦੀ ਉੱਥੇ ਸਟੇਜ ਦੇ ਉੱਤੇ ਇੱਕ ਵੀ ਗੱਲ ਨਹੀਂ ਹੁੰਦੀ ਵੀ ਤੁਹਾਨੂੰ ਜਿਹੜੀਆਂ ਸੁਵਿਧਾਵਾਂ ਕੀ ਚਾਹੀਦੀਆਂ, ਤੁਸੀਂ ਕਿਉਂ ਪਰੇਸ਼ਾਨ ਹੋ, ਤੁਹਾਡੇ ਸ਼ਹਿਰ ਦੇ ਵਿੱਚ ਕੀ ਪਰੇਸ਼ਾਨੀ ਹੈ, ਉਹਨਾਂ ਚੀਜ਼ਾਂ ਬਾਰੇ ਕੋਈ ਵੀ ਜ਼ਿਕਰ ਨਹੀਂ ਹੁੰਦਾ। ਕੋਈ ਨੇਤਾ ਨਹੀਂ ਕਰਦਾ, ਕੋਈ ਲੋਕਲ ਨੇਤਾ ਨਹੀਂ ਕਰਦਾ। ਇਹ ਸਿਰਫ ਲੋਕ ਤਾੜੀਆਂ ਮਾਰ ਕੇ ਆਪੋ ਆਪਣੇ ਘਰੇ ਆ ਜਾਂਦੇ ਆ। ਪ੍ਰੇਮੀ ਜੀ, ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ। सत श्री अकाल जी। ਪ੍ਰੇਮੀ ਜੀ, ਦੇਖਦੇ ਆ ਵੋਟਾਂ ਦਾ ਟਾਈਮ ਆ ਜਿਹੜਾ ਹੁਣ ਕੁਝ ਦਿਨ ਰਹਿ ਗਏ। ਹਾਂਜੀ, ਲਾਸਟ ਦੇ ਸਮਝ ਲਓ ਵੀ ਕੁਝ ਦਿਨਾਂ ਬਾਅਦ ਪ੍ਰਚਾਰ ਬੰਦ ਹੋ ਜੂ। ਨੇਤਾ ਆਉਂਦੇ ਆ, ਰੈਲੀਆਂ ਕਰਦੇ ਆ, ਲੋਕਾਂ ਦੇ ਨਾਲ ਮਿਲਣ ਸਮਾਰੋਹ ਕਰਦੇ ਆ, ਰੋਟੀ ਪਾਣੀ ਦਾ ਪ੍ਰੋਗਰਾਮ ਕਰਦੇ ਆ। ਉੱਥੇ ਇੱਕ ਦੂਜੀ ਪਾਰਟੀ ਨੂੰ, ਉਹ ਬੰਦੇ ਨੇ ਪਾਰਟੀ ਬਦਲ ਕੇ ਦੂਜੀ ਪਾਰਟੀ 'ਚ ਗਿਆ, ਉਹ ਦੂਜੀ ਪਾਰਟੀ ਨੂੰ ਗਾਲਾਂ ਕੱਢੀ ਜਾਂਦਾ। ਸਿਰਫ ਇਹੀ ਗੱਲਾਂ ਉਹਨਾਂ ਕੋਲੇ ਹੁੰਦੀਆਂ ਵੀ ਕਾਂਗਰਸ ਕੋਲੇ ਉਮੀਦਵਾਰ ਵਧੀਆ ਨਹੀਂ, ਕਾਂਗਰਸ ਵਾਲੇ ਕਹਿੰਦੇ ਨੈਲੋ ਕੋਲੇ ਵਧੀਆ ਨਹੀਂ, ਨੈਲੋ ਵਾਲੇ ਕਹਿੰਦੇ ਬੀਜੇਪੀ ਕੋਲੇ ਵਧੀਆ ਨਹੀਂ। ਪਰ ਉੱਥੇ ਲੋਕਾਂ ਦੀ ਗੱਲ ਨਹੀਂ ਹੁੰਦੀ ਵੀ ਲੋਕਾਂ ਨੂੰ ਕੀ ਚਾਹੀਦਾ, ਆਪਣੇ ਸ਼ਹਿਰ ਵਾਸੀਆਂ ਨੂੰ ਕੀ ਚਾਹੀਦਾ। देखिए, ये एक दूसरे के ऊपर आरोप प्रत्यारोप नेता लगाते हैं, परंतु लोगों को इसका कोई बेनिफिट नहीं होता। वो एक दूसरे पर अपनी भड़ास निकालते हैं, लोगों के अंदर वाह वाह करने के लिए। देखो जो हमारा नेता उसके खिलाफ कितना बोलता है, उसके खिलाफ कितना बोलता है। लोग वो ठाके लगा लगा हंसते हैं, परंतु ये नहीं पता भी हमें इसके बाद में कुछ भी नहीं मिलने वाला। आज हमें जो ये बातें जो कर रहे हैं, जो बता रही है, यहाँ तक सीमित है। आने वाले समय हमारे को जो जरूरत है वो हम क्यों ना नेता के सामने उठाएं। हम तो उठाते नहीं, हम उनकी आवाजें सुनकर और बस तालियां लगाकर और घर आ जाते हैं और उनके भाषण सुनकर खुश हो जाते हैं, परंतु ये सवाल पैदा नहीं करते कि आप इतने दिन कहाँ रहे थे। हमारे शहर के अंदर ये हमें जो सुविधा होनी चाहिए थी, हम उस उलझनों में उलझ रहे हैं, वो हमें क्यों नहीं मिल रही। चाहे हम यहाँ पर जल भराव का लगा लें, चाहे हम यहाँ पर हॉस्पिटल का लगा लें, चाहे खेल स्टेडियम का लगा लें, चाहे कॉलेज का लगा लें, तो यहाँ एलनाबाद के अंदर आप कोई समस्या को क्या उठा रहे हैं? नहीं, इसकी तरफ आपका बिल्कुल ध्यान नहीं।
अब आते आप उनको आड़े हाथ से लोग नेताओं को बताओ ये हमारी समस्या थी, आपने इस पर क्या किया, उनसे पूछो, ना कि उनको आरोप प्रत्यारोप, उनको कहो आरोप प्रत्यारोप ना लगाओ, ये आपका मैटर है, ये हमारा कोई मैटर नहीं, आपने राज करना है, उन्होंने राज करना है, उनमें हमें क्या मिलना है, हमें कुछ मिलना वो बताइए। रैली का तो मतलब यही ਹੁੰਦਾ ਵੀ ਲੋਕਾਂ ਦਾ ਇਕੱਠ ਕਰਨਾ, ਲੋਕਾਂ ਦੀ ਸਮੱਸਿਆ ਸੁਣਨੀ, ਲੋਕਾਂ ਦੀਆਂ ਪਰੇਸ਼ਾਨੀਆਂ ਸੁਣਨੀਆਂ, ਉੱਥੇ ਉਹ ਆਪਦੇ ਦੁੱਖ ਸੁਣਾ ਕੇ ਜਾਂਦੇ ਵੀ ਅਸੀਂ ਇਸ ਪਾਰਟੀ ਤੋਂ ਦੁਖੀ। मैं इस रैली के हक में भी नहीं हूँ। लोग क्यों जाते हैं? अगर लोग ना जाए ना तो ये नेता लोग आपके घर के पास आकर हाथ जोड़े, मेरे को वोट दे, प्रत्येक वोटर से मिलेंगे और उसका दुख सुख जानेंगे, परंतु हम कुछ आगू लोग इकट्ठा होकर उसकी रैली के अंदर इकट्ठे लोग कर देते हैं और नेतागण वहां से भाषण देकर फुर हो जाती है। ਹੁਣ ਆਪਾਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਰੈਲੀਆਂ ਹੋ ਰਹੀਆਂ, ਵੱਡੇ ਵੱਡੇ ਰੋਡ ਸ਼ੋ ਹੋ ਰਹੇ ਆ, ਕੋਈ ਰੱਥ ਕਰ ਰਿਹਾ ਵਾ, ਕੋਈ ਵੱਡੇ ਵੱਡੇ ਜੀਸੀਬੀ, ਕੋਈ ਕੁਛ ਕੀ ਉਹ ਲੋਕ ਇਹ ਨਹੀਂ ਸੋਚਦੇ ਵੀ ਉਹ ਖਰਚਾ ਸਾਡੇ ਤੇ ਪੈਣਾ? ਅਗਰ ਉਹ ਉੱਥੇ ਪੈਦਲ ਜਾਵੇ, ਲੋਕਾਂ ਦੇ ਘਰ ਦੇ ਵਿੱਚ ਜਾਵੇ, ਤਾਂ ਉਹਨੂੰ ਲੋਕਾਂ ਦੀਆਂ ਪਰੇਸ਼ਾਨੀਆਂ ਦਾ ਪਤਾ ਲੱਗੇ ਵੀ ਆ ਦਿੱਕਤ ਹੈ ਇਹਨਾਂ ਨੂੰ। बिल्कुल खर्चा अपने पर ही पड़ना है, ये लोगों को सूझ नहीं है। जब हमारा देश या हमारा प्रदेश जब कर्जाऊ होता है तो वो कर्जा हम पर ही पड़ता है, परंतु उन चीजों को लोग नहीं देखते। ये देखते हैं ये इसके पास तो इतनी कारें थी, ये इतना इसका लंबा जुलूस था, उससे बड़ा काफिला हो गया जी, इससे कुछ नहीं मिलने वाला आपको, ये सिर्फ आपको दिखावा है, छलाव है आपके साथ। लोग आपको छलने की कोशिश करते हैं, जो आप 2-3 महीनों के अंदर ही चले जाते हैं, लेकिन बाद में वो आपको कैसे रखते हैं कैसे नहीं रखते आपके सामने दिखाई देते हैं। जैसे मौजूदा सरकार होती है उसको कुछ करने की जरूरत नहीं होती, अगर उसने काम अच्छे किए हों तो उसको वोट मांगने की भी जरूरत नहीं है, लोग अपने आप वोट देते हैं। अगर कोई सरकार कोई काम नहीं करती तो दूसरे को पक्ष को अपने आप देंगे, आपको कहीं जाने की जरूरत ही नहीं है। ये तो लोग आजकल सूझवान है, आजकल ये मोबाइल का ऑनलाइन का सिस्टम बहुत अच्छा चल रहा है, आप इससे प्रचार करो, इससे सब कुछ करो, सब कुछ लोगों को पता लगता है। रैली के अंदर जाने से भी लोगों को परेशानियां भी आती है, फिर कुछ लोगों के रास्ते में कोई ऐसी दुर्घटना भी हो जाती है जो उसके बाद में उसका कोई सही नहीं होता, वो अकेला बेचारा रह जाता है, क्योंकि 2-4 घंटे 5-5 घंटे रोड है जो जाम रह जाता है, जिसके अंदर पैसे वैसे तो कहते हैं हम एम्बुलेंस को जाने दे, उसके अंदर अब देखते हैं एम्बुलेंस वगैरह फंस जाती है तो उसका कसूरवार कौन है। जैसे पीछे रानिया में एक वीडियो वायरल हो रही थी, उसके अंदर वो कह रहा था 1.5 घंटे के अंदर हम इसके अंदर जाम के अंदर फंसे हुए हैं, इन्होंने गाड़ियां उल्टी छुल्टी लगा रखी है, दोनों तरफ दफ्तर है। क्या उनको ये नहीं पता भी ये नेता जो आपकी ये सामाजिक सेवा ये ही नहीं कर सकते, आपका रास्ता ही नहीं खोल सकते, और सामाजिक सेवा ये क्या आगे जाके तो बहुत टाइम पे, आगे बहुत समय पड़े भी, ये आपके सामाजिक ये एक सामाजिक सेवा ही है, आप रास्ता तो खोलो, गाड़ियां टेढ़ी मेढ़ी क्यों लगाते हो, क्यों आप लोगों को परेशान करते हैं, आप अपनी गाड़ियां पीछे रोक लो, कहीं और खाली जगह पर रोक लो, जरूरत नहीं है गाड़ियां लाने की। ਹੁਣ ਕਈ ਰੈਲੀਆਂ ਇਹੋ ਜਿਹੀਆਂ ਹੋਈਆਂ ਵੀ ਉਹ ਫੇਸਬੁੱਕ ਤੇ ਉਹਨਾਂ ਨੇ ਬਕਾਇਦਾ ਲਿਖਿਆ ਵੀ ਅਸੀਂ 80 ਗੱਡੀਆਂ ਬੁੱਕ ਕਰ ਲਈਆਂ ਜੀ, ਮੰਨ ਲਓ 80 ਗੱਡੀਆਂ ਦਾ ਤੇਲ ਹੋ ਗਿਆ, ਹੋਰ ਹੋ ਗਿਆ, ਤੇ ਆਪਣੇ ਤੇ ਪੈਣਾ। ਲੋਕ ਇਸ ਗੱਲ ਨੂੰ ਸਮਝਦੇ ਨਹੀਂ, ਲੋਕਾਂ ਦੀਆਂ ਅੱਖਾਂ ਬਿਲਕੁਲ ਬੰਦ ਹੈ, ਸਿਰਫ ਇੱਕ ਰਾਜਨੇਤਾ ਨੂੰ ਪੈਰੀਂ ਹੱਥ ਤੱਕ ਲੋਕ ਲਾ ਦਿੰਦੇ ਆ। ਬਜ਼ੁਰਗ ਬੰਦੇ ਦੇਖੇ ਇਹੋ ਜਿਹੇ ਵੀ ਜਿਹੜੇ ਆਪਦੀ ਬਿਲकुल ਮਿੱਟੀ ਕਰ ਲੈਂਦੇ ਆ ਪੈਰੀਂ ਹੱਥ ਲਾ ਕੇ ਲੀਡਰ ਦੇ। ਕੀ ਉਹ परमात्मा ਤਾਂ नहीं? बिल्कुल नहीं है परमात्मा, परंतु उसको ये समझते हैं भी हमारा करता धरता यही है सभी, परंतु वो है किसके सिर पर? आपके सिर पर ही है करता धरता। अगर आप उसको करता धरता नहीं करवाओगे तो वो कैसे बन जाएगा? ये लोगों की एक सोच है, सोच बदलनी पड़ेगी। अगर कोई किसी तरह से ऐसे कोई रैली करता है या कोई व्हीकल वगैरह करता है, उसको ये कहे भी ना, अपने को खर्चा ज्यादा करने की जरूरत नहीं है, लिमिट का खर्चा करें, जितनी अपने प्रचार प्रसार और बहुत तरीके हैं उससे किया जाए तो बहुत अच्छा रहेगा। ਫਿਰ ਮੈਂ ਆਪਣੇ ਮਤਲਬ ਆਪਣੇ ਸ਼ਹਿਰ ਦੀ ਗੱਲ ਕਰਦੇ ਆ, ਇਲਾਹਾਬਾਦ ਦੀ ਗੱਲ ਕਰਦੇ ਆ ਇਕੱਲੇ ਦੀ, ਇਹਦੇ ਵਿੱਚ ਆਮ ਲੋਕਾਂ ਦੀ ਜ਼ਰੂਰਤ ਕਿਸ ਚੀਜ਼ ਦੀ ਹੈ, ਜਿਹੜੀ ਬਾਹਲੀ ਜ਼ਰੂਰਤ ਹੈ ਵੀ ਲੋਕ ਪਰੇਸ਼ਾਨ ਹੋਣ ਸਾਰੇ शहर वास्ते? मैं वैसे चलो परेशान तो सभी लोग हैं, परंतु आप भी इतनी बता देता हूँ, हमारे यहाँ जब कोई डॉक्टर आता है, अब जैसे CMO आया, वो कहने लगे जी हम अस्पताल को बहुत अच्छा बनाना है और आपने ज्यादा से ज्यादा ना इसकी भी लोगों को बताना है, तो मैंने अपने आप पर उसको आजमाया। हमारे घर डिलीवरी 2 तारीख को हुई, तो हमने वहाँ सरकारी हॉस्पिटल में लेकर गए, चलो वहाँ एक बार देख लेते हैं, भी कहते हैं चलो सरकारी, हम जाएंगे तभी लोगों को बताएंगे, तभी लोग पीछे आएंगे, परंतु उन्होंने एक दिन पहले हमें यह कह दिया कि हम तो सिर्फ रेफर करेंगे, तो हमने उनको सिरसा रेफर कर दिया, हमने यहाँ नॉर्मल डिलीवरी है यहीं करवाई है प्राइवेट हॉस्पिटल में। ये तो इनका स्टाफ का हाल है। फिर करोड़ों रुपए की जगह पई है, फिर किस काम लोगों को डरा देते हैं। वो करोड़ों रुपए उनका, वो तो लोगों के पैसे की, उनको तनख्वाह का मतलब है, लोगों को डरा देते हैं, पहले डरा देते हैं।
ऐसे ये होगा जी, वो होगा, ये डरा डरा के कर देते हैं। जबकि डॉक्टर जो होता है मरीज को कभी डराता नहीं है, वो उसको उसका हौसला बढ़ाता है, परंतु यार लोग डराने वाले काम कर रहे हैं। मतलब अपने कुड़ियां वाला स्कूल आ सरकारी ਜਿਹੜਾ ਮਮੇਰਾ रोड ਤੇ ਇੱਕ ਦਿਨ ਮੀਂਹ ਪੈ ਜਾਂਦਾ ਉਹ ਚ 5 ਦਿਨ ਪਾਣੀ नहीं ਸੁੱਕਦਾ, ਲੋਕਾਂ ਦਾ ਧਿਆਨ ही नहीं उधर। बिल्कुल, वो उसके अंदर उसकी पढ़ाई भी लड़कियों की डिस्टर्ब होती है, वहां पर आने जाने में लोगों को परेशानी होती है। अगर कोई किसी तरह से भी उसकी निकासी का प्रबंध करते हैं वो पुख्ता तौर पर होता नहीं है। कोई चाहे बोरवेल करवा ले, चाहे कुछ मर्जी करवा ले, कोई ऐसा तो कोई भी कार्य नहीं है जो पुख्ता तौर पर हो जाए, परंतु उसकी प्रॉब्लम कौन जाने, कोई नहीं जानता। चाहे यहाँ सीवरेज की व्यवस्था ले ले, सीवरेज उल्टी लाइन के अंदर शुरू से डाल रखा है, परेशानी कब आ रही है, परेशानी अब आ रही है लोगों को। उस समय के अधिकारियों को या उस समय के जो लोग थे, क्या उनको ये पता नहीं था भी उल्टी दिशा में सीवरेज नहीं डालना चाहिए, परंतु उल्टी दिशा में सीवरेज डालकर सारे अलनाबाद की ऐसी तैसी कर रखी है। ਹੁਣ ਬਾਜ਼ਾਰ ਦੇ ਵਿੱਚ 90% ਲਾਈਟਾਂ ਜਿਹੜੀਆਂ ਉਹ ਬੰਦ ਆ, ਉੱਥੇ ਬੰਦ ਆ ਜਿੱਥੋਂ ਦੀ ਲੋਕਾਂ ਦੀ ਆਵਾਜਾਈ ਹੈ, ਤੇ ਰਾਤ ਨੂੰ ਉੱਥੇ ਮੇਰਾ ਖਿਆਲ ਹੈ ਕਈ ਵਾਰੀ ਇਹ ਦਿੱਕਤਾਂ ਵੀ ਆਈਆਂ ਉਹਨਾਂ ਨੂੰ ਵੀ ਲੋਕ ਖੜਦੇ ਆ ਕੇ ਤੇ ਪੈਸੇ ਖੋਹਣ ਦੀ ਵੀ ਕੋਸ਼ਿਸ਼ ਕਰਦੇ ਆ। ਕੈਮਰੇ ਆ ਬਾਜ਼ਾਰ ਦੇ ਉਹ ਸਾਰੇ ਥੱਲੇ ਲਮਕ ਰਹੇ ਆ, ਕਿਸੇ ਨੂੰ ਕੋਈ ਧਿਆਨ ਨਹੀਂ। ਅਗਰ ਇਹ ਕੰਮ ਕੀਤਾ ਜਾਵੇ ਭਾਈ, ਜਿਹੜਾ ਕੋਈ ਵਿਧਾਇਕ ਖੜਾ ਹੋਇਆ, ਐਮਐਲਏ ਖੜਾ ਹੋਇਆ, ਭਾਈ ਐਲਾਹਾਬਾਦ ਦੇ ਵਿੱਚ ਤੇਰਾ ਕਿੰਨਾ ਖਰਚਾ ਆਉਣਾ, 10 ਲੱਖ ਹੋਣਾ, ਉਹ 10 ਲੱਖ ਰੁਪਏ ਤੋਂ ਸਾਡੇ ਸ਼ਹਿਰ ਤੇ ਲਾ, ਸਾਨੂੰ ਪ੍ਰਚਾਰ ਦੀ ਲੋੜ ਨਹੀਂ, ਸਾਨੂੰ ਰੈਲੀਆਂ ਦੀ ਲੋੜ नहीं ਇੱਥੇ। इसके अंदर एमएलए या हमारा जो मौजूदा सांसद है या जो मौके की नगर पालिका कमेटी है, सभी का दायित्व बनता है। जब हम चीज किसी को ठेके पर दे देते हैं या उसकी रख रखाव के लिए किसी को ठेका दे देते हैं, तो उसके वो संज्ञान ले उसके बारे में, उसके बारे में पूछे भी ये उसका भी रोड टू रोड उसको देखे भी क्या हो रहा है क्या नहीं हो रहा। अगर वो इतना भी नहीं कर सकते तो फिर इसका लाइटों का लगवाने का या करने का कोई फायदा नहीं, पैसा वैसे ही डोल में जाने, कोई उसका कोई मुनाफा नहीं होता। ਆਪਣੇ ਥਾਣੇ ਦੇ ਬਿਲਕੁਲ ਸਾਹਮਣੇ ਕੈਮਰਾ ਥੱਲੇ ਲਮਕ ਰਿਹਾ, ਉਹ ਚੌਂਕ ਆ ਜਿਹੜਾ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ, ਉੱਥੇ ਕੈਮਰਾ ਥੱਲੇ ਲਮਕ ਰਿਹਾ। ਮਮੇਰਾ ਰੋਡ ਦੇ ਉੱਤੇ 3 ਕੈਮਰੇ ਗਏ ਵਾ, ਉਦਮ ਸਿੰਘ ਚੌਂਕ ਚੋਂ ਕੈਮਰੇ ਗਏ ਵਾ। ਕੀ ਗੱਲ ਹੈ, ਇੱਧਰ ਪ੍ਰਸ਼ਾਸਨ ਦਾ ਬਿਲਕੁਲ ਧਿਆਨ ਹੀ ਨਹੀਂ। बिल्कुल रखना चाहिए, ਪਰ ਕੱਲ ਨੂੰ ਕੋਈ ਚੋਰੀ ਹੁੰਦੀ ਆ, ਕੋਈ ਵੱਡੀ ਘਟਨਾ ਹੁੰਦੀ ਆ, ਬਾਅਦ ਦੇ ਵਿੱਚ ਇਹਨਾਂ ਦਾ ਸੌਖਾ ਬਹਾਨਾ ਹੈਗਾ ਵੀ ਸਾਡੇ ਕੈਮਰੇ नहीं चलते जी। नहीं, कैमरे लगाए किस लिए फिर, कादे वास्ते करोड़ों रुपये लाखों रुपये लगाने का क्या दायित्व है, उनको या तो उतार दें, फिर उतार के रख दें, कोई फायदा नहीं है उसकी। अगर हम मैनेजमेंट सही नहीं कर सकते तो उस कार्य को मत करें। मैं भी एक नगर पार्षद होने के नाते चलो ऐसी आवाजें उठाते हैं, परंतु वो एक बार आवाज उठ जाती है उसके बाद में वो फिर दब कर रह जाती है। ऐसी कोई भी व्यवस्था नहीं बना दी जाती भी वो जिसको आगे लंबे तौर पर हम स्थायी तौर पर चला सके। जैसे मान लिया अब तिरंगा लाइटिंग लगाई है, तिरंगा लाइटिंग अब आप देखोगे तो जितनी लगाई थी तकरीबन मेरे ख्याल 180 या 200 करीब लगी होगी, परंतु उसके अंदर मेरे ख्याल में अब आपको मसा ही 100-125 मिलेगी, है ही नहीं। तिरंगा लाइटें उतार ली गई है या कुछ फ्यूज होने के चक्कर में वैसे पड़ी हैं, तो किसी की गौर नहीं है। ठेकेदार पता नहीं किस चीज का ठेका लेता है, इसके ऊपर कोई संज्ञान नहीं ले रहा, पता नहीं क्या बात है। एक चीज बराबर है, ये नगर पालिका ਵੱਲੋਂ ਬਾਜ਼ਾਰ ਦੇ ਵਿੱਚ ਇੱਕ ਕੁਰਸੀਆਂ ਰੱਖੀਆਂ ਗਈਆਂ ਸੀਮੈਂਟ ਦੀਆਂ, ਉਹ ਇਹੋ ਜੀ ਜਗ੍ਹਾ ਤੇ ਰੱਖੀਆਂ ਪਈਆਂ ਜਿੱਥੇ ਮੇਰਾ ਘਰ ਆ, ਮੇਰੇ ਘਰ ਦੇ ਮੂਹਰੇ ਬਿਲਕੁਲ 2 ਪਈਆਂ। ਅਗਰ ਮੈਂ ਕੁਰਸੀ ਤੇ ਬੈਠਣਾ ਤੇ ਮੈਂ ਆਪਦੀ ਕੁਰਸੀ ਲਾ ਕੇ ਕਿਉਂ ਨਹੀਂ ਬੈਠਦਾ। ਬਾਈਪਾਸ ਦੇ ਉੱਤੇ ਕੋਈ ਕੁਰਸੀ ਨਹੀਂ ਜਿੱਥੇ ਆ ਕੇ ਸਵਾਰੀਆਂ ਖੜਦੀਆਂ। ਅਗਰ ਇਧਰ ਬਾਲਾ ਜੀ ਮੰਦਿਰ ਆ ਬਗੀਚੀ, ਤਾਂ ਉੱਥੇ ਗੱਲ ਕਰਦੇ ਆ, ਉੱਥੇ ਘੱਟੋ ਘੱਟ ਵੀ 15-20 ਕੁੜੀਆਂ ਜਿਹੜੀਆਂ 20-20 ਕਿਲੋ ਦੇ ਬੈਗ ਲੈ ਕੇ ਉਹ ਅੱਧਾ ਘੰਟਾ ਉੱਥੇ ਇੰਤਜ਼ਾਰ ਕਰਦੀਆਂ ਬੱਸ ਦਾ, ਉੱਥੇ ਬੈਠਣ ਨੂੰ ਜਗ੍ਹਾ ਨਹੀਂ ਹੈ। ਲੋਕਾਂ ਦੇ ਘਰਾਂ ਦੇ ਮੂਹਰੇ ਕੁਰਸੀਆਂ ਲਾ ਰੱਖੀਆਂ। मैंने ये आवाज उठाई थी जो सार्वजनिक स्थान है पहले वहां पर कुर्सियां रखी जाए, जैसे बस स्टैंड के अंदर, और ये उधम सिंह चौक हो गया या यहाँ मिनी अपने बाईपास तलवाड़ा रोड हो गया या उधर वो ममेरा रोड हो गया। ये मैंने कहा था भी यहाँ पर जहाँ पर भी लोगों का स्टे है वहां पर कुर्सियां रखने की जरूरत है, बंद गलियों के अंदर कुर्सियां मत रखी जाए। परंतु हमारे कुछ पार्षद भी जो है एक खिंचाई के अंदर ज्यादा कुर्सियां लेने पसंद करते हैं। वो कहते हैं मेरे जान पहचान के पास लग जाए, वो कह रहे मेरे जान पहचान के पास लग जाए। इन बातों में कोई फर्क नहीं है। मैंने यहाँ 3 नंबर वार्ड के अंदर हमारे गौरव के घर है, वो चौड़ी गली है, खुली गली है, मैंने उनसे पूछा भी यहाँ कुर्सी रखवा दें, तो वो कह रहे हैं ना हम अपने आप के निकाल कर यहाँ बैठेंगे। प्रेमी जी कुर्सियां यहाँ मत लगवाओ, कुर्सियां वहां लगाओ जहाँ जरूरत है। तो मैंने 2 वैष्णो देवी मंदिर में, 2 रामदेव मंदिर में और 2 गुरुद्वारे के अंदर और गणेश मंदिर के अंदर और जैन मंदिर के अंदर और 2 मेरे से जो आउट एरिया है 4 नंबर वार्ड के है जहां पर वो कह रहे थे हमें कुर्सियां नहीं मिली, शिव मंदिर के अंदर 2 मैंने कुर्सियां दी है। अभी उत्थे आके बैठना तो सही, वहां पर लोग आते हैं, बैठे, वहां पर सुकून मिलता है। अब देखते हैं कई वार्डों के अंदर अपने जैसे 2-2 3-3 कुर्सियां वैसे ही पड़ी है, उनका कोई फायदा नहीं। बंद गली दे विच पईयां
ਲੋਕਾਂ ਦੇ ਗੇਟ ਦੇ ਸਾਹਮਣੇ ਪਈਆਂ, ਫਿਰ ਉੱਥੇ ਬਹਿੰਦੇ ਆ ਕੇ, ਉਹ ਜਿਹੜੀਆਂ ਰਸਤੇ ਦੇ ਵਿੱਚ ਕੋਈ ਬੁੜੀ ਕੁੜੀ ਲੰਘਣ ਵਾਲੀ ਉਹਨੂੰ ਵੀ ਦਿੱਕਤ ਆਉਂਦੀ ਉਹ ਜੀ? बिल्कुल आती है, दिक्कत आती है जी, आती क्यों नहीं। ਵੀ ਕਹਿ ਸਕਦਾ ਨਹੀਂ, ਕੋਈ ਮਹੱਲੇ ਦਾ ਮਾਮਲਾ ਆ ਜਾਂਦਾ। बिल्कुल बिल्कुल, सार्वजनिक कुर्सियां कोई नहीं कह सकता, फिर कोई मर्जी बैठे उस पर। ਕੀ ਅਪੀਲ ਕਰੋਗੇ ਵੀ ਆ ਜਿਹੜੀਆਂ 5 ਤਰੀਕ ਨੂੰ ਵੋਟਾਂ ਪੈਣੀਆਂ, ਵੀ ਲੋਕ ਕੀ ਸੋਚ ਸਮਝ ਕੇ ਕੀ ਵਿਚਾਰਧਾਰਾ ਲੈ ਕੇ ਵੋਟ ਪਾਉਣ, ਵੀ ਜਿਹੜਾ ਉਹਨਾਂ ਦੇ ਜਿਹੜੇ 5 ਸਾਲ ਆ ਉਹ ਸੌਖੇ ਨਿਕਲਣ? मैं तो आम जनता से यही अपील करना चाहूंगा कि अपने जो भी हमारे मौजूदा अधिकार है, जो भी हमें आगे आने वाले समय में जो सारी जनता के लिए बेनिफिट हों, आम जनता को यही कहना चाहूँगा कि ऐसे नेता को आप चुने जो आपकी आवाज़ बन सके, आपके बीच में रह सके, परंतु ऐसा होता नहीं नज़र आ रहा। तो हम किसी को भी चुन लेते हैं, बाद में हमारे पास आता नहीं है, परंतु जनता भी जाए तो जाए कहाँ? उसने वोटिंग तो करनी है, किसी की तो करेगी। तो अपना देखकर जनता को तो अपने आप में सूझबूझ ये होना चाहिए भी मैं आपसे आने वाले समय में सवाल पूछूं भी आपने हमारे लिए क्या किया। ये जनता के अंदर जागरूकता होनी चाहिए, फिर जाकर काम ਹੁਣ होगा। ਤਾਂ ਇੰਨੀ ਕੁ ਜਾਗਰੂਕਤਾ ਹੈਗੀ ਆ ਵੀ ਉਹ ਪੁੱਛਦੇ ਆ ਵੀ ਸਾਡੇ ਰੈਲੀ ਕਿਹੜੀ ਵੱਡੀ ਹੋਊਗੀ, नहीं ਸਾਡੇ ਮੰਤਰੀ ਕਿਹੜਾ ਆਊਗਾ। नहीं, ये तो बहुत जैसे जनता की सोच गलत है। हाँ। ये पूछना तो मंत्री कोई आए ना आए, हमें तो सिर्फ ये काम का मतलब है। देखो राजा महाराजा पहले हुआ करते थे, काम करते थे, और राजा महाराजा अब भी होती हैं, परंतु काम तो करें। जनता को काम के लिए आदमी की जरूरत है, तो वो काम ऐसा जनता आदमी हो जो जनता के काम आए, परंतु मुश्किल है, ऐसा मेरे ख्याल में तो होता नजर आ नहीं रहा। आगे भी यही, जैसे वोटिंग के बाद कोई भी नजर नहीं आएगा और जनता ऐसी रह जाएगी। ਦੋਸਤੋ ਸੋਚ ਸਮਝ ਕੇ ਫੈਸਲਾ ਕਰਿਓ, 5 ਸਾਲਾਂ ਦੀ ਗੱਲ ਆ, ਅੱਖਾਂ ਨਾ ਬੰਦ ਕਰਿਓ, ਕਿਉਂਕਿ ਬਾਅਦ ਦੇ ਵਿੱਚ ਫਿਰ ਧਰਨੇ ਲਾਉਣ ਨਾਲ, ਪ੍ਰਦਰਸ਼ਨ ਲਾਉਣ ਨਾਲ ਕੁਝ ਨਹੀਂ ਹੋਣਾ। ਅਗਰ ਇੱਕ ਵਾਰੀ ਵੋਟ ਤੁਹਾਡੀ ਗਲਤ ਪੈ ਗਈ, ਪਾਰਟੀ ਕੋਈ ਹੋਵੇ, ਲੀਡਰ ਕੋਈ ਹੋਵੇ, ਕਿਸ ਨਾਂ ਦਾ ਬੰਦਾ ਹੋਵੇ, ਉਹ ਉੱਥੇ ਮੈਟਰ ਨਹੀਂ ਕਰਦਾ। ਸਿਰਫ ਇਹ ਕਰਦਾ ਵੀ ਤੁਹਾਡੀ ਆਵਾਜ਼ ਆ ਜਿਹੜੀ ਉਹ ਕੌਣ ਚੱਕੂਗਾ, ਕਿਹੜਾ ਉੱਥੋਂ ਤੱਕ ਪਹੁੰਚਾਊਗਾ, ਸਰਕਾਰ ਤੱਕ, ਸੈਂਟਰ ਗਵਰਨਮੈਂਟ ਤੱਕ ਪਹੁੰਚਾਊਗਾ ਵੀ ਸਾਡੇ ਏਰੀਏ ਨੂੰ ਆਹ ਚੀਜ਼ ਦੀ ਜ਼ਰੂਰਤ ਆ, ਸਕੂਲ ਦੀ ਜ਼ਰੂਰਤ ਆ, ਸਟੇਡੀਅਮ ਦੀ ਜ਼ਰੂਰਤ ਆ, ਹਸਪਤਾਲ ਦੀ ਜ਼ਰੂਰਤ ਆ, ਲੱਖਾਂ ਰੁਪਏ ਦੀਆਂ ਮਸ਼ੀਨਾਂ ਜਿਹੜੀਆਂ ਇੱਥੇ ਲਾਈਆਂ ਗਈਆਂ ਸੀ, ਮੀਨੂ ਬਹਿਣੀਵਾਲ ਵੱਲੋਂ ਵੀ ਸਮਾਨ ਦਿੱਤਾ ਗਿਆ ਸੀ, ਪਰ ਉਹ ਹਸਪਤਾਲ ਦੇ ਵਿੱਚ ਹੁਣ ਨਜ਼ਰ ਨਹੀਂ ਆਉਂਦਾ। ਇਸ ਤਰ੍ਹਾਂ ਦੇ ਜਿਹੜੇ ਮੁੱਦੇ ਆ ਉਹ ਇਹਨਾਂ ਲੀਡਰਾਂ ਮੂਹਰੇ ਰੱਖਿਆ ਕਰੋ, ਚੱਕਿਆ ਕਰੋ, ਲਿਖ ਕੇ ਰੱਖੋ, ਆਉਂਦੇ ਨੂੰ ਫੜਾਓ, ਸਾਈਨ ਕਰਾਓ ਵੀ ਅਗਰ ਤੂੰ ਜਿੱਤਦਾ ਤੇ ਸਾਡਾ ਕਿੰਨੇ ਦਿਨਾਂ ਦੇ ਵਿੱਚ ਤੂੰ ਹੱਲ ਕਰੇਗਾ। ਪਰ ਇਹ ਮੇਰਾ ਖਿਆਲ ਆ ਵੀ ਇੱਥੇ ਨਹੀਂ ਹੋ ਸਕਦਾ, ਕਿਉਂਕਿ ਇੱਥੇ ਛੋਟਾ ਏਰੀਆ ਵਾ, ਆਪੋ ਆਪਣੇ ਪੈਰੀਂ ਹੱਥ ਲਾ ਕੇ ਫੋਟੋ ਖਿਚਾਉਣ ਦੇ ਚੱਕਰਾਂ ਦੇ ਵਿੱਚ, ਕਿਉਂਕਿ ਬਾਅਦ ਦੇ ਵਿੱਚ ਘਰੇ ਫੋਟੋ ਵੱਡੀ ਕਰਕੇ ਲਾਉਣੀ ਹੁੰਦੀ ਆ ਵੀ ਲੋਕ ਦੇਖਣ, ਹਾਂ ਵੀ ਇਹਨੇ ਉਹ ਫਲਾਣੇ ਨੇਤਾ ਦੇ ਪੈਰੀਂ ਹੱਥ ਲਾਏ ਸੀ, ਬੜੇ ਲਿੰਕ ਆ ਜੀ ਇਹਦੇ, ਬਹੁਤ ਵੱਡੀ ਇਹਦੀ ਪਹੁੰਚ ਆ। ਉਹ ਚੀਜ਼ਾਂ ਨਾਲ ਕੁਝ ਨਹੀਂ ਬਣਨਾ। ਸਿਰਫ ਸ਼ਹਿਰ ਦੇ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਆ, ਸ਼ਹਿਰ ਦੇ ਵਿੱਚ ਕੰਮ ਹੋਣੇ ਚਾਹੀਦੇ ਆ। ਚੋਰੀ ਦੀਆਂ ਘਟਨਾਵਾਂ ਆਏ ਦਿਨ ਹੁੰਦੀਆਂ ਵਾ, ਪਰ ਉਹਨਾਂ ਲੋਕਾਂ ਦਾ ਕੈਮਰਿਆਂ ਲਈ ਕੋਈ ਧਿਆਨ ਨਹੀਂ ਵੀ ਕੈਮਰੇ ਚੱਲਦੇ ਆ ਕਿ ਨਹੀਂ ਚੱਲਦੇ। ਬਾਅਦ ਦੇ ਵਿੱਚ ਉੱਥੇ ਗਾਲਾਂ ਕੱਢੀਆਂ ਜਾਂਦੀਆਂ, ਪ੍ਰਦਰਸ਼ਨ ਕਰੇ ਜਾਂਦੇ ਆ, ਧਰਨੇ ਲਾਏ ਜਾਂਦੇ ਆ। ਫੇਰ ਧਰਨੇ ਲਾਉਣ ਦਾ ਕੋਈ ਫਾਇਦਾ ਨਹੀਂ ਅਗਰ ਤੁਸੀਂ 10 ਬੰਦੇ ਇਕੱਠੇ ਹੋ ਕੇ ਥਾਣੇ ਜਾਓ, ਨਗਰਪਾਲਿਕਾ ਜਾਓ ਵੀ ਜਿਹੜੇ ਲੱਖਾਂ ਰੁਪਏ ਕੈਮਰਿਆਂ ਦੇ ਉੱਤੇ ਲਾਏ ਆ ਕਿਉਂ ਨਹੀਂ ਚੱਲਦੇ, ਇਹਦਾ ਕੰਟਰੋਲ ਕਿਉਂ ਨਹੀਂ ਹੋ ਰਿਹਾ, LCDਆਂ ਕਿੱਥੇ ਆ, ਕੈਮਰੇ ਲੰਮਕ ਰਹੇ ਆ, ਟੁੱਟੇ ਕੈਮਰੇ ਕਿੱਥੇ ਆ, ਉਧਰ ਕੋਈ ਧਿਆਨ ਨਹੀਂ। ਦੋਸਤੋ ਵੀਡੀਓ ਪੂਰੀ ਸੁਣਿਓ ਤੇ ਵੀਡੀਓ ਨੂੰ ਜ਼ਿਆਦਾ ਸ਼ੇਅਰ ਕਰਿਓ ਤਾਂ ਕਿ ਉਹਨਾਂ ਲੀਡਰਾਂ ਤੱਕ ਪਹੁੰਚ ਸਕੇ। ਧੰਨਵਾਦ।